ਤੇ ਅੱਜ ਜੇਬ ਦੇ ਵਿੱਚ 26 ਲੱਖ ਇਹ ਆ ਗਿਆ ਤੇ 21 ਲੱਖ ਇਹ ਆ ਗਿਆ ਤੇ ਟੋਟਲ ਹਜੇ 47 ਲੱਖ ਤਾਂ ਹੋ ਗਿਆ। ਤੇ ਇਹ ਰੱਬ ਸੁੱਖ ਰੱਖੇ ਜਿੰਨਾ ਚਿਰ ਮੈਂ ਇਹ ਕਾਫਲਾ ਵੱਡਾ ਹੁੰਦਾ ਜਾਊਗਾ। ਹਾਂ ਤੇ 24 ਕਹਿੰਦੇ ਹੋਰ ਪਿਆ, ਪਰ ਉਹਦੇ ਨਾਲ ਨਾਲ ਬਾਕੀ ਜਿਹੜੇ ਬਹੁਤ ਸਾਰੇ ਚੰਗੇ ਥਾਂ ਤੇ, ਕਿਉਂਕਿ ਅਸੀਂ ਕੋਈ ਅਕਾਊਂਟ ਨਹੀਂ ਖੋਲ੍ਹਿਆ, ਅਸੀਂ ਪੈਸਾ ਲਾਉਣਾ ਨਹੀਂ, ਅਸੀਂ ਰਾਹ ਦਿਖਾਇਆ। ਅਸੀਂ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਨੇ, ਜਿਨ੍ਹਾਂ ਨੂੰ ਫੀਸ ਦੇਣੀ ਪੈਂਦੀ ਹੈ, ਉਹ ਸਾਰੀ ਫੀਸ ਸਾਡੀ ਸੰਸਥਾ ਵੱਲੋਂ ਦਿੱਤੀ ਜਾਊਗੀ। ਪਰ ਇਹ ਛੋਟਾ ਜਿਹਾ ਐਫਰਟ ਤੋਂ ਜਿਵੇਂ ਕਹਿ ਦਿਓ ਵੱਡੇ ਕਾਫਲੇ ਦੇ ਤੌਰ ਤੇ ਇਹ ਚੱਲ ਪਿਆ। ਪਹਿਲਾਂ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਨੇ ਇਸ ਮੁਹਿੰਮ ਦੇ ਵਿੱਚ ਆਪਦੇ ਵੱਲੋਂ 21 ਲੱਖ ਰੁਪਏ ਦਾ ਇਹ ਕੰਟਰੀਬਿਊਸ਼ਨ ਦਾ ਵਾਅਦਾ ਕੀਤਾ। ਅੱਜ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਜਿਹੜੀ ਧੂਰੀ ਦੇ ਰਹਿਣ ਵਾਲੇ ਇਹ ਜਿਹੜੇ ਰਾਈਸਿਲਾ ਗਰੁੱਪ ਹੈ, ਇਸ ਗਰੁੱਪ ਵੱਲੋਂ 9ਵੀਂ 10ਵੀਂ 11ਵੀਂ 12ਵੀਂ ਦੇ 13 ਜਿਹੜੇ ਧੂਰੀ ਕੌਂਸਟੀਚੁਐਂਸੀ ਦੇ ਸਕੂਲ ਹੈ ਉਹਦੇ 3184 ਵਿਦਿਆਰਥੀ ਹੈ, ਉਹਨਾਂ ਦੀ ਕਰੀਬ 26 ਲੱਖ ਰੁਪਇਆ ਜਿਹੜੀ ਫੀਸ ਹੈ ਉਹ ਇੱਕਦਮ ਇਹਨਾਂ ਨੇ ਅੱਜ ਚੈੱਕ ਦੇ ਕੇ ਭਰਤੀ ਹੈ ਤੇ ਉਹ ਆਏ ਸਾਲ ਉਹ ਭਰਨਗੇ। ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਇੱਕ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿੱਚ ਧੂਰੀ ਹਲਕੇ ਦੀ ਉੱਗੀ ਇੰਡਸਟਰੀ ਰਸੀਲਾ ਹੈਲਥ ਦੇ ਟਰਸਟ ਰਸੀਲਾ ਫਾਊਂਡੇਸ਼ਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਮਨਦੀਪ ਸਿੰਘ ਸਿੱਧੂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਤਨਖਾਹ ਵਿੱਚੋਂ 51,000 ਰੁਪਏ ਦੇਣ ਦੇ ਕੀਤੇ ਐਲਾਨ ਤੋਂ ਪ੍ਰਭਾਵਿਤ ਹੁੰਦਿਆਂ ਧੂਰੀ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ 8ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਪੜ੍ਹਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਫੀਸ ਭਰਨ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਐਸਐਸਪੀ ਸੰਗਰੂਰ ਸਰਦਾਰ ਮਨਦੀਪ ਸਿੰਘ ਸਿੱਧੂ ਸ਼ਾਮਲ ਹੋਏ। ਇਹ ਇੱਕ ਛੋਟਾ ਜਿਹਾ ਉਪਰਾਲਾ ਸੀ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਵੀ ਆਪਦੇ ਵੱਲੋਂ ਮੈਂ ਵੀ ਪਹਿਲੇ ਮਹੀਨੇ 51,000 ਤੇ ਬਾਅਦ ਦੇ ਵਿੱਚ 21,000 ਹਰ ਮਹੀਨੇ ਜਦ ਤੱਕ ਸੰਗਰੂਰ ਤਨਾਤੀ ਲਈ ਦਿਆਂ। ਉਹਦਾ ਮਕਸਦ ਇਹ ਸੀ ਵੀ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਦੇ ਬੇਟੀਆਂ ਜਿਨ੍ਹਾਂ ਦੇ ਜਿਹੜੇ ਸੁਸਾਈਡ ਕਰ ਗਏ ਆ, ਉਹਨਾਂ ਦੀਆਂ ਬੇਟੀਆਂ ਪੜ੍ਹਾਈ 'ਚ ਹੁਸ਼ਿਆਰ ਹੈ ਤੇ ਪੜ੍ਹਨਾ ਚਾਹੁੰਦੀਆਂ, ਵਸੀਲੇ ਹੈ ਨਹੀਂ, ਉਹਨਾਂ ਨੂੰ ਕੁਛ ਮੈਂ ਕੰਟਰੀਬਿਊਟ ਕਰ ਸਕਾਂ। ਪਰ ਇਹ ਛੋਟਾ ਜਿਹਾ ਐਫਰਟ ਤੋਂ ਜਿਵੇਂ ਕਹਿ ਦਿਓ ਵੱਡੇ ਕਾਫਲੇ ਦੇ ਤੌਰ ਤੇ ਇਹ ਚੱਲ ਪਿਆ। ਪਹਿਲਾਂ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਨੇ ਇਸ ਮੁਹਿੰਮ ਦੇ ਵਿੱਚ ਆਪਦੇ ਵੱਲੋਂ 21 ਲੱਖ ਰੁਪਏ ਦਾ ਇਹ ਕੰਟਰੀਬਿਊਸ਼ਨ ਦਾ ਵਾਅਦਾ ਕੀਤਾ। ਅੱਜ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਜਿਹੜੀ ਧੂਰੀ ਦੇ ਰਹਿਣ ਵਾਲੇ ਇਹ ਜਿਹੜੇ ਰਾਈਸਿਲਾ ਗਰੁੱਪ ਹੈ, ਇਸ ਗਰੁੱਪ ਵੱਲੋਂ ਇਹ ਫੈਸਲਾ ਕੀਤਾ ਕਿਉਂਕਿ 8ਵੀਂ ਤੱਕ ਪੜ੍ਹਾਈ ਸਾਰੇ ਬੱਚਿਆਂ ਦੀ ਫ੍ਰੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਇਹ ਫੈਸਲਾ ਕਰ ਲਿਆ 9ਵੀਂ 10ਵੀਂ 11ਵੀਂ 12ਵੀਂ ਦੇ 13 ਜਿਹੜੇ ਧੂਰੀ ਕੌਂਸਟੀਚੁਐਂਸੀ ਦੇ ਸਕੂਲ ਹੈ ਉਹਦੇ 3184 ਵਿਦਿਆਰਥੀ ਹੈ, ਉਹਨਾਂ ਦੀ ਕਰੀਬ 26 ਲੱਖ ਰੁਪਇਆ ਜਿਹੜੀ ਫੀਸ ਹੈ ਉਹ ਇੱਕਦਮ ਇਹਨਾਂ ਨੇ ਅੱਜ ਚੈੱਕ ਦੇ ਕੇ ਭਰਤੀ ਹੈ ਤੇ ਉਹ ਆਏ ਸਾਲ ਉਹ ਭਰਨਗੇ। ਇਹਦਾ ਕਹਿਣ ਦਾ ਭਾਵ ਪੜ੍ਹਾਈ ਨੂੰ ਇਹ ਜਿਹੜਾ ਪਹਿਲਾਂ ਕਿਸੇ ਕਾਰਨ ਪੰਜਾਬ ਦੇ ਵਿੱਚ ਇਹ ਬਦਨਾਮੀ ਦਾ ਕਾਰਨ ਬਣਿਆ ਸੀ। ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਵੀ ਉੜਤਾ ਪੰਜਾਬ, ਅਸੀਂ ਉੜਤਾ ਪੰਜਾਬ ਨੂੰ ਕਰਕੇ ਕਿਉਂਕਿ ਪੜ੍ਹਾਈ ਲਿਖਾਈ ਕਾਬਲ ਤੇ ਪੜ੍ਹਿਆ ਲਿਖਿਆ ਹੋਣਾ ਹੀ ਸਾਰੀਆਂ ਗੱਲਾਂ ਸਾਰੀਆਂ ਬੁਰਾਈਆਂ ਨੂੰ ਉੱਥੇ ਹੀ ਦੱਬ ਦਿੰਦਾ ਹੈ। ਇਹ ਪੜ੍ਹਦਾ ਪੰਜਾਬ ਦਾ ਇੱਕ ਜਿਹੜਾ ਮਿਸ਼ਨ ਸ਼ੁਰੂ ਕੀਤਾ, ਇਹ ਮੈਨੂੰ ਲੱਗਦਾ ਇਸ ਜਾਗ ਇਹ ਸੀਐਮ ਸਾਹਿਬ ਦੇ ਹਲਕੇ ਤੋਂ ਜਿਹੜੀ ਜਾਗ ਲੱਗੀ ਹੈ, ਜ਼ਿਲ੍ਹਾ ਸੰਗਰੂਰ ਉਹਨਾਂ ਦੇ ਜ਼ਿਲ੍ਹੇ ਤੋਂ ਜਾਗ ਲੱਗੀ ਹੈ, ਇਹ ਸਾਰੇ ਪੰਜਾਬ 'ਚ ਜਾਊਗੀ। ਇਹਦੇ ਨਾਲ ਨਾਲ ਇੱਕ ਸੁਨੇਹਾ ਹੈ ਵੀ ਜੇ ਤੁਹਾਡੇ ਕੋਲੇ ਸੋਰਸ ਹੈ, ਸਾਧਨ ਹੈ, ਵਸੀਲੇ ਹੈ, ਤੁਸੀਂ ਅਮੀਰ ਤਾਂ ਹੀ ਹੋ ਜੇ ਉਹ ਸਾਧਨ ਵਸੀਲੇ ਸੋਰਸ ਨੂੰ ਲੋੜਵੰਦਾਂ ਨਾਲ ਉਹਨਾਂ ਦੇ ਕੰਮ ਲਿਆ ਸਕੋ, ਲੋੜਵੰਦਾਂ ਨੂੰ ਜਿਹੜੇ ਜਿਹਨੂੰ ਜ਼ਰੂਰਤ ਹੈ ਉਹਨਾਂ ਲਈ ਖਰਚ ਸਕੋ, ਤਾਂ ਹੀ ਇਸ ਗੱਲ ਦੀ ਕਾਮਯਾਬੀ ਹੈ। ਲੜਕੀਆਂ ਸਰ ਆਈਟੀਆਈ ਦੇ ਵਿੱਚ ਵੀ ਨੇ, ਕਾਲਜ ਦੇ ਵਿੱਚ ਵੀ ਨੇ, ਲੜਕੇ ਲੜਕੀਆਂ ਇਹਨਾਂ ਦੇ ਜਿਹੜੇ ਨੀਡੀ ਨੇ। ਨਹੀਂ ਇਹਦੀ ਦੇਖੋ ਜੀ, ਇਹ ਜਿਹੜਾ ਚੰਗੇ ਕੰਮਾਂ ਦੀ ਸਕਾਈ ਇਜ਼ ਲਿਮਿਟ, ਇਹ ਕਹਿ ਦਿਓ ਵੀ ਜਦੋਂ ਸ਼ੁਰੂ ਕਰਨਾ ਜਿਹੜਾ ਔਖਾ ਹੁੰਦਾ ਫਿਰ ਜਿਵੇਂ ਜਿਵੇਂ ਇਹ ਕਾਫਲਾ ਹਜੇ ਤਾਂ ਇਹ ਗੱਲ ਮੈਨੂੰ 1 ਹਫ਼ਤਾ ਹੋਇਆ ਜੁਆਇਨ ਕੀਤਿਆਂ ਤੇ ਅੱਜ ਜੇਬ ਦੇ ਵਿੱਚ 26 ਲੱਖ ਇਹ ਆ ਗਿਆ ਤੇ 21 ਲੱਖ ਇਹ ਆ ਗਿਆ ਤੇ ਟੋਟਲ ਹਜੇ 47 ਲੱਖ ਤਾਂ ਹੋ ਗਿਆ। ਤੇ ਇਹ ਰੱਬ ਸੁੱਖ ਰੱਖੇ ਜਿੰਨਾ ਚਿਰ ਮੈਂ ਇਹ ਕਾਫਲਾ ਵੱਡਾ ਹੁੰਦਾ ਜਾਊਗਾ। ਹਾਂ ਤੇ 24 ਕਹਿੰਦੇ ਹੋਰ ਪਿਆ, ਪਰ ਉਹਦੇ ਨਾਲ ਨਾਲ ਬਾਕੀ ਜਿਹੜੇ ਬਹੁਤ ਸਾਰੇ ਚੰਗੇ ਥਾਂ ਤੇ, ਕਿਉਂਕਿ ਅਸੀਂ ਕੋਈ ਅਕਾਊਂਟ ਨਹੀਂ ਖੋਲ੍ਹਿਆ, ਅਸੀਂ ਪੈਸਾ ਲਾਉਣਾ ਨਹੀਂ, ਅਸੀਂ ਰਾਹ ਦਿਖਾਇਆ। ਪੜ੍ਹਦਾ ਪੰਜਾਬ ਜੇ ਪੜ੍ਹ ਰਿਹਾ ਅਫਸਰ ਵੀ ਹੈ, ਲਾਇਕ ਵੀ ਹੈ, ਨਸ਼ਿਆਂ ਤੋਂ ਵੀ ਦੂਰ ਹੈ, ਸਭ ਕੁਝ ਦੂਰ ਹੈ, ਮਾਂ-ਬਾਪ ਦਾ, ਹਲਕੇ ਦਾ, ਘਰ ਦਾ, ਮਹੱਲੇ ਦਾ ਨਾਂ ਉੱਚਾ ਹੈ। ਸਰ ਜੇ ਕੋਈ ਐਨਆਰਆਈ ਵੀਰ ਦੂਜੇ ਜ਼ਿਲ੍ਹਿਆਂ 'ਚ ਇਹ ਮੁਹਿੰਮ ਸ਼ੁਰੂ ਕਰਨਗੇ
ਨਹੀਂ ਇਹਦੇ 'ਚ ਦੇਖੋ, ਮੈਂ ਇੱਕ ਬਹੁਤ ਹੀ ਪੰਜਾਬ ਦੀ ਹਾਇਰਾਰਕੀ 'ਚ ਬਹੁਤ ਛੋਟਾ ਅਫਸਰ ਹਾਂ। ਇਹਦੇ 'ਚ ਮੈਨੂੰ ਇਹ ਸੀ ਵੀ ਵਾਰ-ਵਾਰ ਮੈਨੂੰ ਸੰਗਰੂਰ ਦੇ ਵਿੱਚ ਮੈਂ ਬਤੌਰ ਐਸਪੀ ਹੈੱਡਕੁਆਟਰ ਇੱਥੇ 3 ਸਾਲ ਰਿਹਾ, 3.5 ਸਾਲ ਬਤੌਰ ਐਸਐਸਪੀ 2 ਸਰਕਾਰਾਂ ਅਕਾਲੀ ਤੇ ਕਾਂਗਰਸ ਚਲਾ ਲਏ ਤੇ ਹੁਣ ਦੁਬਾਰਾ ਤੈਨਾਤੀ ਹੋਈ। ਮੈਨੂੰ ਮੇਰੇ ਮਨ ਦੇ ਵਿੱਚ ਇਹ ਵਜਨ ਸੀ ਇਸ ਗੱਲ ਦਾ ਵੀ ਕੀ ਗੱਲ ਹੈ, ਸੰਗਰੂਰ 'ਚ ਕੋਈ ਗੱਲ ਆ, ਵਾਰ-ਵਾਰ ਮੈਂ ਬਾਹਰ ਜਾਂਦਾ ਤੇ ਕੁਝ ਸਾਲਾਂ ਬਾਅਦ ਹੁਣ 4 ਸਾਲਾਂ ਬਾਅਦ ਫਿਰ ਮੇਰੀ ਤੈਨਾਤੀ ਹੋ ਗਈ। ਕੋਈ ਮੈਨੂੰ ਵਾਰ-ਵਾਰ ਖਿੱਚ ਰਿਹਾ ਤੇ ਮੈਨੂੰ ਰੀਪੇ ਕਰਨਾ ਚਾਹੀਦਾ। ਇਸ ਚੰਗੇ ਕੰਮ ਦੀ ਲੀਡ ਲੈ ਕੇ ਜਿੰਨੇ ਵੀ ਬੰਦੇ ਆ, ਇਹ ਸ਼ੁਰੂਆਤ ਹੈ, ਇਹਦੇ 'ਚ ਹੋਰ ਜਿੰਨਾ ਮਰਜ਼ੀ ਇੰਪਰੂਵ ਕਰ ਸਕਦੇ ਆ। ਇਹ ਸਾਡਾ ਇੱਕ ਪਹਿਲਾ ਕਦਮ ਸੀ, ਸਟੈਪਿੰਗ ਸਟੋਨ ਸੀ। ਉਸ ਤੋਂ ਬਾਅਦ ਇਹ ਕਦਮ ਨੂੰ ਜਿੰਨੇ ਮਰਜ਼ੀ ਅੱਗੇ ਵਧਾ ਕੇ ਕਰ ਸਕਦੇ ਆ। ਪੰਜਾਬ ਦੇ ਇੱਕ ਇਮਾਨਦਾਰ ਅਫਸਰ ਵੱਲੋਂ ਤੁਹਾਡੇ ਵੱਲੋਂ ਇਹ ਕਦਮ ਚੁੱਕਿਆ ਗਿਆ ਕਿ ਅਜਿਹੇ ਹੋਰ ਅਫਸਰ ਵੀ ਚੁੱਕਣ। ਦੇਖੋ, ਇਮਾਨਦਾਰੀ ਬੇਈਮਾਨੀ ਇਹ ਨਿੱਜੀ ਪਰਸਪੈਕਟਿਵ ਹੈ। ਮੈਂ ਇੰਨੇ ਸਾਲ ਤੁਹਾਡੇ ਜ਼ਿਲ੍ਹੇ 'ਚ ਕਹਿ ਲਿਆ, ਮੈਂ ਆਪਦੇ ਆਪ ਨੂੰ ਇੱਥੇ ਖੜ ਕੇ ਕੋਈ ਇਹ ਐਲਾਨ ਨਹੀਂ ਕਰ ਰਿਹਾ ਵੀ ਮੈਂ ਇਮਾਨਦਾਰ ਹੈ, ਪਰ ਅਸੀਂ ਜਦੋਂ ਨੌਕਰੀ ਕਰਦੇ ਹਾਂ, ਅਸੀਂ ਸ਼ੀਸ਼ੇ ਦੇ ਘਰਾਂ ਦੇ ਵਿੱਚ ਰਹਿੰਦੇ ਹਾਂ। ਅਸੀਂ ਇਮਾਨਦਾਰ ਜਾਂ ਬੇਈਮਾਨ, ਕਾਬਲ ਜਾਂ ਨਾਕਾਬਲ, ਉਹ ਸਰਟੀਫਿਕੇਟ ਲੋਕ ਦਿੰਦੇ ਆ ਤੇ ਰੱਬ ਮਿਹਰ ਕਰੇ ਹਜੇ ਤੱਕ ਸ਼ਾਬਾਸ਼ ਦਿੰਦੇ ਰਹੇ ਆ ਲੋਕ। ਸਰਕਾਰਾਂ ਨੇ ਵੀ ਤੁਹਾਨੂੰ ਇਮਾਨਦਾਰੀ ਦਾ ਅਹੁਦਾ ਦਿੱਤਾ, ਜਿਵੇਂ ਚੌਥੀ ਵਾਰ ਤੁਸੀਂ ਜ਼ਿਲ੍ਹਾ ਨਹੀਂ, ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ, ਬਟ ਮੈਨੂੰ ਲੱਗਦਾ ਮੇਥੋਂ ਵੀ ਵੱਧ ਕਾਬਲ ਤੇ ਮੇਥੋਂ ਵੀ ਵੱਧ ਇਮਾਨਦਾਰ ਅਫਸਰ ਹੈਗੇ ਆ। ਮੈਂ ਆਪਦੇ ਵੱਲੋਂ ਐਫਰਟ ਕੀਤਾ। ਇਮਾਨਦਾਰੀ ਕੋਈ ਮੇਰੀ ਖਾਸੀਅਤ ਨਹੀਂ ਗੀ, ਹਰ ਤਨਖਾਹ ਲੈਂਦੇ ਬੰਦੇ ਨੂੰ ਇਮਾਨਦਾਰੀ ਨਾਲ ਹੀ ਕੰਮ ਕਰਨਾ। ਸਰਕਾਰਾਂ ਦੇ ਸੀਐਮ ਤੁਹਾਡੇ ਤੇ ਮਿਹਰਬਾਨ ਰਹੇ ਨੇ ਸਰ, ਅਕਾਲੀ ਕਾਂਗਰਸੀ ਤੇ ਆਪ ਵਾਲੇ, ਕੀ ਵੱਡਾ ਕਾਰਨ ਹੈ ਸਰ? ਇਹ ਮੈਂ ਨਹੀਂ ਦੱਸ ਸਕਦਾ, ਪਰ ਕਿਉਂਕਿ ਹਰ ਸੀਐਮ ਚਾਹੁੰਦਾ ਵੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕੋਈ ਅਫਸਰ ਲਾਈਏ ਜਿਹੜਾ ਲੋਕਾਂ ਨੂੰ ਦੱਸ ਸਕਣ ਵੀ ਇਹ ਇਸ ਤਰ੍ਹਾਂ ਦਾ ਅਫਸਰ ਹੈ। ਇਹ ਸ਼ਾਇਦ ਕੋਈ ਮੈਂ ਕਹਿ ਸਕਦਾ ਵੀ ਉਹਨਾਂ ਦੀ ਸੋਚ ਹੈ ਤੇ ਜਾਂ ਮੇਰੀਆਂ ਇਹੋ ਜਿਹੀਆਂ ਕਮਜ਼ੋਰੀਆਂ ਜਾਂ ਉਹਨਾਂ ਨੂੰ ਨਹੀਂ ਪਤਾ ਜਿਹੜਾ ਮੇਰੇ ਤੇ ਵਿਸ਼ਵਾਸ ਕਰਕੇ ਉਹ ਮੈਨੂੰ ਇੱਥੇ ਨਸ਼ੇ ਦੀ ਗੱਲ, ਨਸ਼ਾ ਮੁਕਤੀ ਜਿਹੜਾ ਤੁਹਾਡਾ ਮੇਨ ਮੁੱਦਾ ਚੱਕ ਕਰਨਾ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਨਸ਼ਾ ਆਪਾਂ ਰਲ ਕੇ ਐਫਰਟ ਕਰਾਂਗੇ, ਸਮਾਜ ਵੀ ਕਰੂਗਾ, ਅਸੀਂ ਵੀ ਕਰਾਂਗੇ। ਸਕੂਲ ਦੇ ਵਿੱਚ ਵੀ ਸੁਨੇਹਾ ਦਿੱਤਾ। ਅਸੀਂ ਇੱਕ ਬੜੀ ਵੱਡੀ ਪਿਛਲੇ ਗੇੜੇ 8000 ਦੇ ਕਰੀਬ ਬੰਦਾ ਸੀ ਜਿਹੜੀ 17 ਦੇ ਵਿੱਚ ਰੈਲੀ ਕੀਤੀ ਸੀ, ਉਹਦੇ ਵਿੱਚ 8000 ਦੇ ਕਰੀਬ ਸਾਈਕਲਿਸਟ ਸੀ। ਐਤਕੀ ਅਸੀਂ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਤੁਹਾਨੂੰ ਵੀ ਸੱਦਾ ਦੇਵਾਂਗਾ, ਤੁਹਾਨੂੰ ਪ੍ਰੈਸ ਵੀਰਾਂ ਨੂੰ ਉਦੋਂ ਸੱਦਾ ਦੇਵਾਂਗਾ ਜਿਵੇਂ ਤੁਸੀਂ ਇੱਥੇ ਬਾਜ਼ਾਰ 'ਚ ਲੱਗੀ ਅੱਗ ਮੈਂ ਬੁਝਾ ਰਿਹਾ ਸੀ ਪਾਈਪ ਫੜ ਕੇ, ਤੇ ਤੁਹਾਡੇ ਵਿੱਚੋਂ ਵੀ ਬਾਹਲਿਆਂ ਨੇ ਪਾਈਪ ਫੜੀ ਵੀ ਸੀ, ਉਵੇਂ ਫੜ ਕੇ ਆਪਾਂ ਅੱਗ ਬੁਝਾ ਰਹੇ ਸੀ। ਤੇ ਇਹ ਨਸ਼ਿਆਂ ਦੀ ਅੱਗ ਹੈ, ਜਿਹੜੀ ਧੀਆਂ ਨੂੰ ਮਾਰਨ ਵਾਲੀ ਅੱਗ ਹੈ, ਇਹ ਵੀ ਅੱਗ ਲੱਗੀ ਨੂੰ ਮੈਨੂੰ ਲੱਗਦਾ ਰਲ ਕੇ ਬੁਝਾਵਾਂਗੇ। ਆਪਾਂ ਸੰਗਰੂਰ 'ਚੋਂ ਇੱਕ ਸੁਨੇਹਾ ਦੇਵਾਂਗੇ ਸਾਰੇ ਹਿੰਦੁਸਤਾਨ ਨੂੰ ਵੀ ਸਭ ਤੋਂ ਵੱਡੀ ਸਾਈਕਲ ਰੈਲੀ ਹੈ ਜਿਹੜੀ ਉਹ ਸੰਗਰੂਰ ਜ਼ਿਲ੍ਹੇ 'ਚ ਹੁੰਦੀ ਹੈ। ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ? ਮੈਨੂੰ ਲੱਗਦਾ ਸਾਰੇ ਸੁਨੇਹੇ ਦੇਤੇ। ਹੁਣ ਇਸ ਤੋਂ ਬਾਅਦ ਮੈਂ ਇਹੀ ਹੈ, ਚੰਗਾ ਰੋਲ ਮਾਡਲ ਬਣ ਲਈ ਆਪਦੀ ਸੋਸਾਇਟੀ ਦੇ ਵਿੱਚ, ਚੰਗੇ ਕੰਮ ਕਰਨੇ ਜ਼ਰੂਰੀ ਹੈ। ਆਪਦੇ ਬਾਰੇ ਹਰ ਕੋਈ ਚੰਗਾ ਕਹਿੰਦਾ, ਚੰਗਾ ਉਦੋਂ ਬੰਦਾ ਹੁੰਦਾ ਜਦੋਂ ਸਮਾਜ ਕਵੇ, ਲੋਕ ਕਹਿਣ। ਉਹ ਚੰਗਾ ਬਣ ਲਈ ਤੇ ਚੰਗਾ ਬਣਿਆ ਰਹਿਣ ਲਈ ਬਹੁਤ ਜ਼ਿਆਦਾ ਐਫਰਟ ਲੱਗਦਾ। ਇਹ ਸਾਰਿਆਂ ਨੂੰ ਉਸੇ ਸਾਂਚੇ ਵਿੱਚ ਢਲਣਾ ਚਾਹੀਦਾ। ਪਿਛਲੀ ਵਾਰ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਹਜੇ ਅਸੀਂ ਬਹੁਤ ਕਈ ਚੀਜ਼ਾਂ ਸੋਚੀਆਂ ਹਜੇ, ਕਿਉਂਕਿ 1 जनवरी है, नया साल है, अभी दिसंबर आने में बहुत दूरी है। कोशिश करांगे ਅਸੀਂ ਸਟੈਪ ਬਾਏ ਸਟੈਪ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪਹਿਲੀਆਂ ਕਮੀਆਂ ਵੀ ਰਹੀਆਂ ਜਿਹੜੀਆਂ ਹੋਰ ਇੰਪਰੂਵ ਕੀਤਾ ਜਾ ਸਕਦਾ ਅਸੀਂ ਕਰਾਂਗੇ। ਥੈਂਕ ਯੂ ਸੋ ਮਚ। ਸੈੱਟ ਕਰ ਲਈਏ ਬਸ ਕੋਈ ਨਹੀਂ। ਚੇਅਰਮੈਨ ਸਾਹਿਬ ਵੱਡਾ ਉਪਰਾਲਾ ਕੀਤਾ ਜਾ ਰਿਹਾ, ਕੀ ਕਹਿਣਾ? ਮੈਂ ਜਿਸ ਤਰ੍ਹਾਂ ਕਿ ਦੱਸਿਆ ਹੈ ਕਿ ਜੋ ਸਾਨੂੰ ਪ੍ਰੇਰਣਾ ਮਿਲੀ ਹੈ ਇਸ ਦਿਸ਼ਾ ਦੇ ਵਿੱਚ ਕਦਮ ਚੱਕਣ ਦੀ, ਅੱਗੇ ਵਧਣ ਦੀ, ਉਹ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਮਨਦੀਪ ਸਿੰਘ ਸਿੱਧੂ ਜੀ ਦੀ ਬਦੌਲਤ ਮਿਲੀ ਹੈ, ਕਿਉਂਕਿ ਉਹਨਾਂ ਨੇ ਪਹਿਲ ਕਰੀ ਇਸ ਦਿਸ਼ਾ ਦੇ ਵਿੱਚ ਆਪਣੀ ਸੈਲਰੀ ਦੇ ਵਿੱਚੋਂ ਕੰਟਰੀਬਿਊਟ ਕਰਕੇ। ਤਾਂ ਅਸੀਂ ਵੀ ਸੋਚਿਆ ਕਿ ਅਸੀਂ ਵੀ ਇਸ ਦਿਸ਼ਾ ਦੇ ਵਿੱਚ ਅੱਗੇ ਵਧੀਏ ਕੁਛ ਨਾ ਕੁਛ, ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਸਾਡੀ ਜੋ ਸੰਸਥਾ ਹੈ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਉੱਘਾ ਯੋਗਦਾਨ ਪਾਉਂਦੀ ਰਹੀ ਹੈ। ਇੱਕ ਸਾਲ ਅਸੀਂ ਡੇਂਗੂ ਫ੍ਰੀ ਧੂਰੀ ਦਾ ਪ੍ਰੋਜੈਕਟ ਲਿਆ ਸੀ, ਫਿਰ ਕੋਵਿਡ ਦੇ ਟਾਈਮ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਜੋ ਵੀ ਸਹਿਯੋਗ ਐਡਮਿਨਿਸਟ੍ਰੇਸ਼ਨ ਨੇ ਮੰਗਿਆ ਉਸ ਨੂੰ ਦਿੱਤਾ ਸੀਗਾ। ਤਾਂ ਇਸ ਵਾਰ ਕਿਉਂਕਿ ਸਾਨੂੰ ਪ੍ਰੇਰਣਾ ਇਹਨਾਂ ਤੋਂ ਮਿਲੀ, ਇਸ ਤੋਂ ਇਲਾਵਾ ਜੋ ਪ੍ਰੇਰਣਾ ਮਿਲੀ ਉਹਦਾ ਇੱਕ ਕਾਰਨ ਤੁਸੀਂ ਵੀ ਸੁਣਿਆ ਹੋਊਗਾ, ਇੱਕ ਵੀਡੀਓ ਸਰਕੂਲੇਟ ਹੋਇਆ ਸੀ ਸਾਡੇ ਮੁੱਖ ਮੰਤਰੀ ਸਾਹਿਬ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਕਿਹਾ ਸੀ ਕਿ ਸਿੱਖਿਆ ਬੰਦੇ ਦਾ ਤੀਜਾ ਨੇਤਰ ਹੁੰਦੀ ਹੈ, ਜੇ ਤੁਸੀਂ ਜਾਣਦੇ ਹੋਵੋਗੇ। ਤਾਂ ਉਹ ਵੀ ਸਾਡਾ ਇੱਕ ਪ੍ਰੇਰਣਾ ਦਾ ਸਰੋਤ ਬਣਿਆ ਕਿ ਕਿਉਂ ਨਾ ਉਹਨਾਂ ਦੀ ਕੰਸਟੀਚੁਐਂਸੀ ਤੋਂ ਹੀ ਅਸੀਂ ਇਸ ਸੁਨੇਹੇ ਨੂੰ ਪੂਰੇ ਪੰਜਾਬ ਦੇ ਵਿੱਚ ਫੈਲਾਈਏ। ਇਸ ਕਰਕੇ ਅਸੀਂ ਫੈਸਲਾ ਕਰਿਆ
ਕਿ ਧੂਰੀ ਕੰਸਟੀਚੁਐਂਸੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਜੀ ਕੰਸਟੀਚੁਐਂਸੀ ਹੈ, ਉੱਥੇ ਅਸੀਂ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਫੀਸ ਦੇਣੀ ਪੈਂਦੀ ਹੈ, ਉਹ ਸਾਰੀ ਫੀਸ ਸਾਡੀ ਸੰਸਥਾ ਵੱਲੋਂ ਦਿੱਤੀ ਜਾਊਗੀ। ਸਿਰਫ ਇਸ ਸਾਲ ਦੀ ਨਹੀਂ ਬਲਕਿ ਆਉਣ ਵਾਲੇ ਸਾਲਾਂ ਤੱਕ ਜਿੰਨੀ ਦੇਰ ਤੱਕ ਸਾਨੂੰ ਪ੍ਰਮਾਤਮਾ ਸਮਰੱਥਾ ਬਖਸ਼ਦਾ ਅਸੀਂ ਦਿੰਦੇ ਰਹਾਂਗੇ। ਇਹ ਸਾਡਾ ਵਾਅਦਾ ਹੈ। ਤੁਸੀਂ ਦੇਖਿਆ ਹੋਊਗਾ ਮੇਰੀ ਅੱਜ ਫੰਕਸ਼ਨ ਦੇ ਵਿੱਚ ਸਟੇਜ ਤੇ ਮੇਰੇ ਇੰਡਸਟਰੀਅਲਿਸਟ ਸਾਥੀ ਬੈਠੇ ਹੋਏ ਸੀ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਅਹੁਦੇਦਾਰ ਸਾਹਿਬਾਨ ਬੈਠੇ ਹੋਏ ਸੀ। ਉਹ ਸਾਡੇ ਘਨਸ਼ਾਮ ਕਾਂਸਲ ਜੀ ਜੋ ਫਾਰਮਰ ਪ੍ਰੈਜ਼ੀਡੈਂਟ ਨੇ, ਹੁਣੀ ਉਹਨਾਂ ਤੋਂ ਸੰਜੀਵ ਚੋਪੜਾ ਜੀ ਨੇ ਚਾਰਜ ਸੰਭਿਆ, MP ਸਿੰਘ ਜੀ ਸਾਡੇ ਸੈਕਟਰੀ ਬਣੇ ਨੇ, ਤੇ ਇਹ ਸਾਰੇ ਮਿਲ ਕੇ ਜਿੰਨੇ ਵੀ ਦੂਜੇ ਵੱਖ-ਵੱਖ ਸਾਡੇ 700 ਮੈਂਬਰ ਨੇ ਚੈਂਬਰ ਦੇ ਜ਼ਿਲ੍ਹੇ ਦੇ ਵਿੱਚ, ਸਾਰਿਆਂ ਦਾ ਸਹਿਯੋਗ ਅਸੀਂ ਲੈ ਕੇ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰੋਜੈਕਟ ਸਿਰਫ ਧੂਰੀ ਤੱਕ ਸੀਮਿਤ ਨਾ ਰਹੇ, ਇੱਦੋਂ ਅੱਗੇ ਵੀ ਵਧੇ, ਪੂਰੇ ਪੰਜਾਬ ਤੱਕ ਫੈਲੇ। ਇਹ ਸਾਡਾ ਉਪਰਾਲਾ ਹੋਏਗਾ।